ਸਤਿ ਸ਼੍ਰੀ ਅਕਾਲ ਦੋਸਤੋ, ਆਪ ਸਭ ਦਾ ਕਮਰਸ ਗਲੋਬ ਚੈਨਲ 'ਤੇ ਸਵਾਗਤ ਹੈ। ਸੋ ਪਿਛਲੀ ਵੀਡੀਓ ਦੇ ਵਿੱਚ ਆਪਾਂ ਪੜ੍ਹਿਆ ਸੀ ਐਡਵਾਂਟੇਜ ਆਫ ਫਾਈਨੈਂਸ਼ੀਅਲ ਅਕਾਊਂਟਿੰਗ ਐਂਡ ਲਿਮਿਟੇਸ਼ਨ ਆਫ ਫਾਈਨੈਂਸ਼ੀਅਲ ਅਕਾਊਂਟਿੰਗ। ਸੋ ਅੱਜ ਅਸੀਂ ਅੱਗੇ ਵਧਦੇ ਹਾਂ। ਅੱਗੇ ਵਧਣ ਤੋਂ ਪਹਿਲਾਂ ਸਾਰੇ ਦੋਸਤਾਂ ਨੂੰ ਮੇਰਿਆਂ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਆਈਕਨ ਦਾ ਬਟਨ ਦਬਾਓ ਤਾਂ ਜੋ ਸਾਡੇ ਚੈਨਲ 'ਤੇ ਆਉਣ ਵਾਲੀਆਂ ਹਰੇਕ ਨਵੀਆਂ ਲੇਟੈਸਟ ਵੀਡੀਓਜ਼ ਨੂੰ ਸਭ ਤੋਂ ਪਹਿਲਾਂ ਜਾਣਕਾਰੀ ਤੁਹਾਨੂੰ ਮਿਲ ਸਕੇ। ਸੋ ਅਸੀਂ ਅੱਗੇ ਵਧਦੇ ਹਾਂ। ਸੋ ਅੱਜ ਦਾ ਆਪਣਾ ਮੇਨ ਟੌਪਿਕ ਹੈ ਯੂਜ਼ਰਸ ਇੰਟਰਸਟਡ ਇਨ ਫਾਈਨੈਂਸ਼ੀਅਲ ਸਟੇਟਮੈਂਟਸ। ਸੋ ਇੱਥੇ ਯੂਜ਼ਰ ਦਾ ਮਤਲਬ ਉਹ ਹੈ ਜੋ ਇੱਕ ਬਿਜ਼ਨਸ ਦੇ ਦੁਆਰਾ ਸਾਲ ਐਂਡ 'ਤੇ ਜਾਂ ਕੁਆਟਰਲੀ ਜਾਂ ਮੰਥ ਐਂਡ 'ਤੇ ਜੋ ਫਾਈਨੈਂਸ਼ੀਅਲ ਸਟੇਟਮੈਂਟਸ ਪ੍ਰਜੈਂਟ ਕੀਤੀਆਂ ਜਾਂਦੀਆਂ ਹਨ, ਉਹਨਾਂ ਦੀ ਵਰਤੋਂ ਕਿਹੜੇ ਪਾਰਟੀਜ਼ ਦੁਆਰਾ, ਕਿਹੜੇ ਗਰੁੱਪ ਆਫ ਪਰਸਨਸ ਦੁਆਰਾ ਕੀਤੀ ਜਾਂਦੀ ਹੈ, ਉਹ ਸਾਰਿਆਂ ਨੂੰ ਯੂਜ਼ਰਸ ਆਫ ਇਨਫੋਰਮੇਸ਼ਨ ਫਾਈਨੈਂਸ਼ੀਅਲ ਸਟੇਟਮੈਂਟਸ ਕਿਹਾ ਜਾਂਦਾ ਹੈ। ਉਹਨਾਂ ਸਾਰਿਆਂ ਨੂੰ ਯੂਜ਼ਰਸ ਆਫ ਫਾਈਨੈਂਸ਼ੀਅਲ ਸਟੇਟਮੈਂਟਸ ਕਿਹਾ ਜਾਂਦਾ ਹੈ। ਸੋ ਮੇਨਲੀ ਬੇਸਿਕਲੀ ਇਹਨਾਂ ਨੂੰ ਦੋ ਪਾਰਟਸ ਦੇ ਵਿੱਚ ਵੰਡਿਆ ਗਿਆ ਹੈ। ਸੋ ਪਹਿਲਾ ਪਾਰਟ ਹੈ ਇੰਟਰਨਲ ਯੂਜ਼ਰਸ, इंटरनल यूज़र्स, तो दूसरा है एक्सटर्नल यूज़र्स। वो सारे पार्टीज़ या ग्रुप ऑफ परसनस जो कि एक बिजनेस ऑर्गेनाइजेशन ਦੇ ਵਿੱਚ ਅੰਦਰ ਹੀ ਹੁੰਦੇ ਹਨ ਅਤੇ ਉਹ ਸਾਰੇ ਦੇ ਸਾਰੇ ਗਰੁੱਪ ਆਫ ਪਰਸਨਸ ਜਾਂ ਇੰਟਰਸਟਡ ਪਾਰਟੀਜ਼ ਬਿਜ਼ਨਸ ਦੇ ਪ੍ਰੋਫਿਟ ਐਂਡ ਲਾਸ ਔਨ ਫਾਈਨੈਂਸ਼ੀਅਲ ਪੋਜੀਸ਼ਨ ਦੇ ਵਿੱਚ ਇੰਟਰਸਟਡ ਹੁੰਦੇ ਹਨ, ਜਿਨ੍ਹਾਂ ਤੋਂ ਉਹਨਾਂ ਦੀ ਬਿਜ਼ਨਸ ਆਰਗੇਨਾਈਜੇਸ਼ਨ ਦੀ ਪ੍ਰੋਫਿਟੇਬਿਲਿਟੀ ਤੋਂ ਬੈਨੀਫਿਟ ਹੁੰਦਾ ਹੈ ਅਤੇ ਡਾਇਰੈਕਟਲੀ ਬਿਜ਼ਨਸ ਦੀ ਪ੍ਰੋਫਿਟੇਬਿਲਿਟੀ ਦੇ ਨਾਲ ਲਿੰਕਡ ਹੁੰਦੇ ਹਨ। ਸੋ ਉਹਨਾਂ ਨੂੰ ਆਪਾਂ ਸਾਰਿਆਂ ਨੂੰ ਇੰਟਰਨਲ ਯੂਜ਼ਰਸ ਕਹਿੰਦੇ ਹਾਂ ਅਤੇ ਉਹ ਸਾਰੇ ਯੂਜ਼ਰਸ ਜੋ ਇੱਕ ਬਿਜ਼ਨਸ ਆਰਗੇਨਾਈਜੇਸ਼ਨ ਤੋਂ ਬਾਹਰ ਹੁੰਦੇ ਹਨ, ਬਟ ਕਿਸੇ ਨਾ ਕਿਸੇ ਤਰੀਕੇ ਨਾਲ, ਚਾਹੇ ਉਹ ਇਨਵੈਸਟਮੈਂਟ ਹੋਵੇ ਜਾਂ ਚਾਹੇ ਕੋਈ ਬਿਜ਼ਨਸ ਆਰਗੇਨਾਈਜੇਸ਼ਨ ਨਾਲ ਸੇਲ ਪਰਚੇਜ਼ ਦੀ ਕੋਈ ਹੋਵੇ ਜਾਂ ਸਟਾਕ ਮਾਰਕੀਟ ਹੋਵੇ ਜਾਂ ਗੌਰਮੈਂਟ ਹੋਵੇ, ਕਿਸੇ ਨਾ ਕਿਸੇ ਤਰੀਕੇ ਨਾਲ ਬਿਜ਼ਨਸ ਦੇ ਪ੍ਰੋਫਿਟੇਬਿਲਿਟੀ ਅਤੇ ਬਿਜ਼ਨਸ ਦੇ ਫਾਈਨੈਂਸ਼ੀਅਲ ਸਟੇਟਮੈਂਟ ਦੇ ਵਿੱਚ ਇੰਟਰਸਟਡ ਰਹਿੰਦੇ ਹਨ, ਉਹ ਸਾਰਿਆਂ ਨੂੰ ਐਕਸਟਰਨਲ ਯੂਜ਼ਰਸ ਕਿਹਾ ਜਾਂਦਾ ਹੈ। ਸੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਇੰਟਰਨਲ ਯੂਜ਼ਰਸ। ਇੰਟਰਨਲ ਯੂਜ਼ਰਸ ਦੇ ਵਿੱਚ ਸਭ ਤੋਂ ਪਹਿਲਾਂ ਹੈ ਓਨਰਸ। ਇੱਕ ਬਿਜ਼ਨਸ ਆਰਗੇਨਾਈਜੇਸ਼ਨ ਦੇ ਵਿੱਚ ਜੇਕਰ ਉਹ ਪ੍ਰੋਪਰਾਈਟਰਸ਼ਿਪ ਹੋਵੇ ਤਾਂ ਉਸ ਦੇ ਵਿੱਚ ਉਸਦਾ ਸੋਲ ਪ੍ਰੋਪਰਾਈਟਰ, ਜੇਕਰ ਪਾਰਟਨਰਸ਼ਿਪ ਹੋਵੇ ਤਾਂ ਉਸ ਦੇ ਵਿੱਚ ਉਸਦੇ ਪਾਰਟਨਰਸ, ਅਤੇ ਇਸੇ ਤਰ੍ਹਾਂ ਹੀ ਜੇਕਰ ਕੋਈ ਕੰਪਨੀ ਹੋਵੇ ਤਾਂ ਉਸ ਦੇ ਵਿੱਚ ਉਸਦੇ ਸ਼ੇਅਰ ਹੋਲਡਰਸ ਲੀਗਲੀ ਉਸ ਆਰਗੇਨਾਈਜੇਸ਼ਨ ਦੇ, ਬਿਜ਼ਨਸ ਆਰਗੇਨਾਈਜੇਸ਼ਨ ਦੇ ਓਨਰ ਹੁੰਦੇ ਹਨ, ਮਾਲਕ ਹੁੰਦੇ ਹਨ, ਜਿਨ੍ਹਾਂ ਦਾ ਕਿ ਡਾਇਰੈਕਟ ਇੰਟਰਸਟ ਹੁੰਦਾ ਹੈ ਬਿਜ਼ਨਸ ਦੀ ਪ੍ਰੋਫਿਟੇਬਿਲਿਟੀ ਅਤੇ ਫਾਈਨੈਂਸ਼ੀਅਲ ਪੋਜੀਸ਼ਨ ਦੇ ਵਿੱਚ। ਹੁਣ ਇੱਕ ਅਕਾਊਂਟਿੰਗ ਰਿਕਾਰਡਸ ਨੇ ਜੋ ਆਪਾਂ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਹਨ ਕਿ ਇੱਕ ਬਿਜ਼ਨਸ ਆਰਗੇਨਾਈਜੇਸ਼ਨ ਦੇ ਵਿੱਚ ਇਹਨਾਂ ਓਨਰਸ ਨੂੰ, ਚਾਹੇ ਉਹ ਸ਼ੇਅਰ ਹੋਲਡਰਸ ਹੋਣ, ਚਾਹੇ ਸੋਲ ਪ੍ਰੋਪਰਾਈਟਰਸ ਹੋਣ ਜਾਂ ਪਾਰਟਨਰਸ ਹੋਣ, ਉਹ ਬਿਜ਼ਨਸ ਦੀਆਂ ਸਾਲ ਐਂਡ ਦੇ, ਮੰਥ ਐਂਡ 'ਤੇ ਉਹਨਾਂ ਦੀਆਂ ਅਰਨਿੰਗਸ, ਉਹਨਾਂ ਦੇ ਪ੍ਰੋਫਿਟਸ, ਉਹਨਾਂ ਦੀ ਡਿਵੀਡੈਂਡ ਪੋਲਿਸੀ ਐਂਡ ਉਹਨਾਂ ਦੀ ਕੈਪੀਟਲਸ ਕਿੰਨੀਆਂ, ਐਸੈਟਸ ਕਿੰਨੀਆਂ ਨੇ, ਲਾਇਬਿਲਿਟੀਜ਼ ਕਿੰਨੀਆਂ ਨੇ, ਕਿੰਨੇ ਐਕਸਪੈਂਸਿਸ ਹੋਏ ਨੇ, ਇਹ ਸਾਰਿਆਂ ਦੀ ਜਾਣਕਾਰੀ ਉਹਨਾਂ ਨੂੰ ਚਾਹੀਦੀ ਹੁੰਦੀ ਹੈ ਤਾਂ ਜੋ ਉਹ ਫਿਊਚਰ ਦੀਆਂ ਪਲੈਨਿੰਗ ਉਸ ਤੋਂ ਕਰ ਸਕਣ। ਇਸ ਤਰ੍ਹਾਂ ਜੋ ਅਕਾਊਂਟਿੰਗ ਰਿਕਾਰਡਸ ਨੇ ਉਹਨਾਂ ਨੂੰ ਸਾਲ ਦੇ ਐਂਡ ਜਾਂ ਮੰਥ ਦੇ ਐਂਡ ਦੇ ਵਿੱਚ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਹਨ, ਜਿਸ ਦੇ ਨਾਲ ਉਹ ਪੁਰਾਣੀਆਂ ਜੋ ਹਿਸਟੋਰੀਕਲ ਆਲਰੇਡੀ ਟ੍ਰਾਂਜੈਕਸ਼ਨ ਰਿਕਾਰਡ ਕੀਤੀਆਂ ਹੋਈਆਂ ਹਨ ਉਹਨਾਂ ਨੂੰ ਰਿਵਿਊ ਕਰ ਸਕਦੇ ਹਨ। ਜੇਕਰ ਉਹਨਾਂ ਦੇ ਵਿੱਚ ਕੋਈ ਕਮੀ ਲੱਗਦੀ ਹੈ ਤਾਂ ਉਸੇ ਆਧਾਰ 'ਤੇ ਉਹ ਫਿਊਚਰ ਦੇ ਵਿੱਚ ਉਹਨਾਂ ਦੇ ਅਗੇਂਸਟ ਪਲੈਨਿੰਗਸ ਵੀ ਕਰ ਸਕਦੇ ਹਨ ਤਾਂ ਜੋ ਪ੍ਰੋਫਿਟ ਅਰਨਿੰਗ ਦੇ ਓਬਜੈਕਟਿਵ ਨੂੰ ਅਚੀਵ ਕੀਤਾ ਜਾ ਸਕੇ। ਸੋ ਇਸੇ ਤਰ੍ਹਾਂ ਦੂਸਰਾ ਪੁਆਇੰਟ ਹੈ ਮੈਨੇਜਮੈਂਟ। ਇੱਕ ਬਿਜ਼ਨਸ ਆਰਗੇਨਾਈਜੇਸ਼ਨ ਦੇ ਵਿੱਚ ਜੇਕਰ ਉਹ ਸੋਲ ਪ੍ਰੋਪਰਾਈਟਰਸ਼ਿਪ ਹੈ ਜਾਂ ਪਾਰਟਨਰਸ਼ਿਪ ਹੈ ਤਾਂ ਉਸ ਦੇ ਵਿੱਚ ਜੋ ਉਸਦੇ ਓਨਰਸ ਹੁੰਦੇ ਹਨ ਉਹੀ ਮੈਨੇਜਰਸ ਹੁੰਦੇ ਹਨ, ਪਰੰਤੂ ਕੰਪਨੀ ਦੇ ਸਿਸਟਮ ਦੇ ਵਿੱਚ ਇਹ ਅਲੱਗ ਹੈ ਕਿਉਂਕਿ ਉਸ ਦੇ ਵਿੱਚ ਜਿਹੜੇ ਮੈਨੇਜਰਸ ਹੁੰਦੇ ਹਨ ਉਹ ਵੱਖਰੇ ਅਪੁਆਇੰਟ ਕੀਤੇ ਜਾਂਦੇ ਹਨ, ਜਦ ਕਿ ਜੋ ਓਨਰ ਹਨ ਉਹ ਸ਼ੇਅਰ ਹੋਲਡਰਸ ਹੁੰਦੇ ਹਨ। ਸੋ ਇਸ ਤਰੀਕੇ ਨਾਲ ਇੱਕ ਬਿਜ਼ਨਸ ਆਰਗੇਨਾਈਜੇਸ਼ਨ ਦੇ ਵਿੱਚ ਕਿਸੇ ਬਿਜ਼ਨਸ ਆਰਗੇਨਾਈਜੇਸ਼ਨ ਨੂੰ ਇੱਕ ਮੈਨੇਜਮੈਂਟ ਦੀ ਇਹ ਸਭ ਤੋਂ ਵੱਡੀ ਰਿਸਪੋਂਸੀਬਿਲਿਟੀ ਹੁੰਦੀ ਹੈ ਕਿ ਉਹਨੂੰ ਐਫੀਸ਼ੀਐਂਟ ਤਰੀਕੇ ਨਾਲ ਚਲਾਇਆ ਜਾ ਸਕੇ ਅਤੇ ਉਸ 'ਤੇ ਪ੍ਰੋਫਿਟੇਬਿਲਿਟੀ ਨੂੰ ਮੈਕਸੀਮਾਈਜ਼ ਕੀਤਾ ਜਾ ਸਕੇ।
ਇੱਕ ਐਫੀਸ਼ੀਐਂਟਲੀ ਬਿਜ਼ਨਸ ਆਰਗੇਨਾਈਜੇਸ਼ਨ ਨੂੰ ਚਲਾਉਣਾ ਤੇ ਪ੍ਰੋਫਿਟ ਨੂੰ ਮੈਕਸੀਮਾਈਜ਼ ਕਰਨ ਦੇ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ ਕਿ ਉਸਦੀ ਅਕਾਊਂਟਿੰਗ ਰਿਕਾਰਡਸ ਤੋਂ ਆਪਣੀ ਇੰਪੋਰਟੈਂਟ ਇਨਫੋਰਮੇਸ਼ਨ ਮਿਲ ਸਕੇ। ਸੋ ਇਸ ਤਰ੍ਹਾਂ ਦੇ ਜੋ ਯੂਜ਼ਰਸ ਹਨ ਉਹ ਬੇਸਿਕਲੀ ਇੰਟਰਨਲੀ ਯੂਜ਼ਰ ਨੇ ਜੋ ਕਿ ਫਾਈਨੈਂਸ਼ੀਅਲ ਸਟੇਟਮੈਂਟ ਤੋਂ ਜਾਣਕਾਰੀ ਇਕੱਠਾ ਕਰਦੇ ਹਨ, ਜਿਸ ਦੇ ਆਧਾਰ 'ਤੇ ਉਹ ਫਿਊਚਰ ਦੀਆਂ ਪੋਲਿਸੀਜ਼ ਨੂੰ ਡਿਸਾਈਡ ਕਰਦੇ ਹਨ, ਤਾਂ ਜੋ ਇੱਕ ਮੈਨੇਜਮੈਂਟ ਹਮੇਸ਼ਾ ਉਹੀ ਸਕਸੈਸਫੁਲ ਹੁੰਦੀ ਹੈ ਜਿਹੜੀ ਰਾਈਟ ਟਾਈਮ 'ਤੇ ਰਾਈਟ ਡਿਸੀਜਨ ਲੈ ਸਕੇ। ਅਤੇ ਰਾਈਟ ਟਾਈਮ 'ਤੇ ਰਾਈਟ ਡਿਸੀਜਨ ਲੈਣ ਦੇ ਲਈ ਉਹ ਸਾਰੀ ਦੀ ਸਾਰੀ ਇਨਫੋਰਮੇਸ਼ਨ ਆਪਾਂ ਨੂੰ ਅਕਾਊਂਟਿੰਗ ਰਿਕਾਰਡਸ ਤੋਂ ਮਿਲਦੀ ਹੈ। ਸੋ ਇਸੇ ਤਰ੍ਹਾਂ ਥਰਡ ਇੰਟਰਨਲ ਯੂਜ਼ਰ ਹੈ ਐਮਪਲੋਈਜ਼। ਇੱਕ ਬਿਜ਼ਨਸ ਆਰਗੇਨਾਈਜੇਸ਼ਨ ਦੇ ਵਿੱਚ ਜੋ ਉਸਦੇ ਇੰਪਲੋਈਜ਼ ਆਉਂਦੇ ਹਨ ਉਸ ਦੀਆਂ ਵਰਕਿੰਗ ਕੰਡੀਸ਼ਨ ਦੇ ਵਿੱਚ, ਉਸਦੀ ਪ੍ਰੋਫਿਟੇਬਿਲਿਟੀ, ਉਹਨਾਂ ਦੀ ਸੈਲਰੀਜ਼, ਉਹਨਾਂ ਦੇ ਬੋਨਸ, ਉਹਨਾਂ ਦੇ ਪਰਕਸ, ਇਹਨਾਂ ਦੇ ਵਿੱਚ ਉਹ ਡਾਇਰੈਕਟਲੀ ਇੰਟਰਸਟਡ ਹੁੰਦੇ ਹਨ। ਜਿਸ ਕਰਕੇ ਇੱਕ ਬਿਜ਼ਨਸ ਆਰਗੇਨਾਈਜੇਸ਼ਨ ਦੇ ਵਿੱਚ ਕੰਮ ਕਰ ਰਹੇ ਇੰਪਲੋਈਜ਼ ਡਾਇਰੈਕਟਲੀ ਲਿੰਕ ਰੱਖਦੇ ਹਨ ਬਿਜ਼ਨਸ ਦੀ ਪ੍ਰੋਫਿਟੇਬਿਲਿਟੀ ਨਾਲ, ਤਾਂ ਜੋ ਆਪਣੇ ਫਿਊਚਰ ਦੇ ਵਿੱਚ ਆਪਣੇ ਪਰਕਸ, ਆਪਣੇ ਬੋਨਸ ਆਦਿ ਨੂੰ ਐਸਟੀਮੇਟ ਕਰ ਸਕਣ। ਇਸ ਲਈ ਉਹ ਤੀਜੇ ਨੰਬਰ 'ਤੇ ਹਨ ਜੋ ਆਪਣੇ ਇੰਪਲੋਈਜ਼ ਜਿਹੜੇ ਕਿ ਬਿਜ਼ਨਸ ਆਰਗੇਨਾਈਜੇਸ਼ਨ ਦੀਆਂ ਫਾਈਨੈਂਸ਼ੀਅਲ ਸਟੇਟਮੈਂਟ ਦੇ ਡਾਇਰੈਕਟ ਯੂਜ਼ਰਸ ਹੁੰਦੇ ਹਨ। ਸੋ ਇਸ ਤੋਂ ਬਾਅਦ ਹੈ ਐਕਸਟਰਨਲ ਯੂਜ਼ਰਸ। ਐਕਸਟਰਨਲ ਯੂਜ਼ਰਸ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ, ਉਹ ਯੂਜ਼ਰਸ ਹੁੰਦੇ ਨੇ ਜਿਹੜੇ ਕਿ ਬਿਜ਼ਨਸ ਆਰਗੇਨਾਈਜੇਸ਼ਨ ਤੋਂ ਬਾਹਰ ਹੁੰਦੇ ਹਨ ਅਤੇ ਜੋ ਕਿ ਆਪਣੇ ਪ੍ਰੋਫਿਟ ਮੈਕਸੀਮਾਈਜ਼ ਦੇ ਮੋਟਿਵ ਨੂੰ ਲੈ ਕੇ ਬਿਜ਼ਨਸ ਸਟੇਟਮੈਂਟਸ, ਬਿਜ਼ਨਸ ਆਰਗੇਨਾਈਜੇਸ਼ਨ ਦੇ ਜੋ ਫਾਈਨੈਂਸ਼ੀਅਲ ਸਟੇਟਮੈਂਟਸ ਹਨ ਉਹਨਾਂ ਦੀ ਵਰਤੋਂ ਕਰਦੇ ਹਨ। ਸੋ ਪਹਿਲਾ ਐਕਸਟਰਨਲ ਯੂਜ਼ਰਸ ਹੈ ਗਵਰਨਮੈਂਟ। ਜੋ ਗਵਰਨਮੈਂਟ ਹੈ ਉਹ ਬਿਜ਼ਨਸ ਆਰਗੇਨਾਈਜੇਸ਼ਨ ਦਾ ਫਾਈਨੈਂਸ਼ੀਅਲ ਸਟੇਟਮੈਂਟਸ ਜੋ ਹੁੰਦੀਆਂ ਹਨ ਉਸਦੇ ਐਕਸਟਰਨਲ ਯੂਜ਼ਰਸ ਹਨ, ਕਿਉਂਕਿ ਇੱਕ ਗੌਰਮੈਂਟ ਦੀ ਜ਼ਿੰਮੇਵਾਰੀ ਹੁੰਦੀ ਹੈ ਵੀ ਉਹ ਸਾਰੀਆਂ ਕੰਪਨੀਜ਼ ਜਾਂ ਸਾਰੀਆਂ ਬਿਜ਼ਨਸ ਆਰਗੇਨਾਈਜੇਸ਼ਨ ਜੇ ਚੈੱਕ ਕਰੇ ਕਿ ਉਹ ਟਾਈਮ ਟੂ ਟਾਈਮ ਫਰੇਮ ਕੀਤੇ ਹੋਏ ਰੂਲ ਐਂਡ ਰੈਗੂਲੇਸ਼ਨ ਸਾਰੇ ਐਕਟ ਦੇ ਅਕੋਰਡਿੰਗ ਉਹ ਫੋਲੋ ਕਰ ਰਹੇ ਹਨ ਜਾਂ ਨਹੀਂ ਕਰ ਰਹੇ ਹਨ, ਜਾਂ ਸਮੇਂ ਸਿਰ ਉਹ ਟੈਕਸਿਸ, GST, ਡਾਇਰੈਕਟ ਟੈਕਸ ਜਾਂ ਇਨਡਾਇਰੈਕਟ ਟੈਕਸਿਸ ਸਮੇਂ ਸਿਰ ਡਿਪੋਜ਼ਿਟ ਕਰਵਾ ਰਹੇ ਹਨ ਜਾਂ ਨਹੀਂ ਕਰਵਾ ਰਹੇ ਹਨ। ਇਹ ਸਾਰਿਆਂ ਨੂੰ ਕੰਪਲਾਈਂਸ ਕਰਨ ਦੇ ਲਈ ਗੌਰਮੈਂਟ ਦੁਆਰਾ ਅਲੱਗ-ਅਲੱਗ ਬਿਜ਼ਨਸ ਆਰਗੇਨਾਈਜੇਸ਼ਨ ਦੀਆਂ ਉਹਨਾਂ ਦੀਆਂ ਇਨਕਮ ਸਟੇਟਮੈਂਟਸ ਅਤੇ ਫਾਈਨੈਂਸ਼ੀਅਲ ਪੋਜੀਸ਼ਨਸ ਚੈੱਕ ਕੀਤੀਆਂ ਜਾਂਦੀਆਂ ਹਨ। ਸੋ ਇਸੇ ਤਰ੍ਹਾਂ ਹੀ ਸੈਕੰਡ ਪੁਆਇੰਟ ਹੈ ਪੋਟੈਂਸ਼ੀਅਲ ਇਨਵੈਸਟਰਸ। ਪੋਟੈਂਸ਼ੀਅਲ ਇਨਵੈਸਟਰਸ ਉਹ ਇਨਵੈਸਟਰਸ ਹੁੰਦੇ ਹਨ ਜਿਹੜੇ ਇੱਕ ਬਿਜ਼ਨਸ ਆਰਗੇਨਾਈਜੇਸ਼ਨ ਦੇ ਪ੍ਰੋਫਿਟ 'ਤੇ ਅਤੇ ਉਸ ਬਿਜ਼ਨਸ ਦੀ ਫਾਈਨੈਂਸ਼ੀਅਲ ਪੋਜੀਸ਼ਨ 'ਤੇ ਡਾਇਰੈਕਟਲੀ ਵਾਚ ਰੱਖਦੇ ਹਨ, ਕਿਉਂਕਿ ਇੱਕ ਬਿਜ਼ਨਸ ਆਰਗੇਨਾਈਜੇਸ਼ਨ ਦੇ ਵਿੱਚ ਇਨਵੈਸਟਰ ਹਮੇਸ਼ਾ ਤਦ ਹੀ ਇਨਵੈਸਟ ਕਰੇਗਾ ਜੇਕਰ ਉਹ ਉਸਦੀ ਪ੍ਰੋਫਿਟੇਬਿਲਿਟੀ ਸਟਰੋਂਗ ਹੈ, ਉਸਦੀ ਫਾਈਨੈਂਸ਼ੀਅਲ ਪੋਜੀਸ਼ਨ ਸਟਰੋਂਗ ਹੈ। ਇਸ ਲਈ ਉਹ ਬਿਜ਼ਨਸ ਦੇ ਵਿੱਚ ਇਨਵੈਸਟ ਕਰੇਗਾ। ਇਸ ਲਈ ਇਹ ਸਾਰੀ ਦੀ ਸਾਰੀ ਇਨਫੋਰਮੇਸ਼ਨ ਹੈ ਇੱਕ ਪੋਟੈਂਸ਼ੀਅਲ ਇਨਵੈਸਟਰ ਨੂੰ ਉਹ ਬਿਜ਼ਨਸ ਦੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਤੋਂ ਹੀ ਮਿਲਦੀ ਹੈ। ਥਰਡ ਪੁਆਇੰਟ ਹੈ ਸਟਾਕ ਮਾਰਕੀਟਸ। ਇੱਕ ਅਕਾਊਂਟਿੰਗ ਰਿਕਾਰਡਸ ਨੇ ਜੋ ਫਾਈਨੈਂਸ਼ੀਅਲ ਸਟੇਟਮੈਂਟਸ ਨੇ ਬਿਜ਼ਨਸ ਦੀਆਂ, ਉਹ ਬਿਜ਼ਨਸ ਦੀ ਪਰਫੋਰਮੈਂਸ ਕਿਸ ਤਰ੍ਹਾਂ ਦੀ ਹੈ, ਉਹ ਬਿਜ਼ਨਸ ਦੀ ਪ੍ਰੋਫਿਟੇਬਿਲਿਟੀ ਕਿਸ ਤਰ੍ਹਾਂ ਦੀ ਹੈ ਅਤੇ ਬਿਜ਼ਨਸ ਕਿਸ ਤਰ੍ਹਾਂ ਦੇ ਡਿਸੀਜਨ ਲੈਣੇ ਹਨ, ਇਹ ਸਾਰੀਆਂ ਸਾਰੀਆਂ ਇਨਫੋਰਮੇਸ਼ਨ ਜਿਹੜੀਆਂ ਉਹਨਾਂ ਦੇ ਅਕਾਊਂਟਿੰਗ ਰਿਕਾਰਡਸ ਤੋਂ ਮਿਲਦੀਆਂ ਹਨ। ਹੁਣ ਇਸ ਕੇਸ ਦੇ ਵਿੱਚ ਜੇਕਰ ਉਸ ਕੰਪਨੀ ਦੇ ਸ਼ੇਅਰਸ ਸਟਾਕ ਮਾਰਕੀਟ ਦੇ ਵਿੱਚ ਲਿਸਟਡ ਹਨ ਤਾਂ ਉਹ ਉਸ ਬਿਜ਼ਨਸ ਦੀ ਪਰਫੋਰਮੈਂਸ, ਉਹ ਬਿਜ਼ਨਸ ਦੇ ਲਏ ਜਾਣ ਵਾਲੇ ਡਿਸੀਜਨਸ ਉਹ ਡਾਇਰੈਕਟਲੀ ਉਸ ਕੰਪਨੀ ਦੇ ਸ਼ੇਅਰ ਪ੍ਰਾਈਸਿਸ ਨੂੰ ਸਟਾਕ ਮਾਰਕੀਟ ਦੇ ਵਿੱਚ ਪ੍ਰਭਾਵਿਤ ਕਰਦੇ ਹਨ, ਜਿਸ ਕਾਰਨ ਉਹਨਾਂ ਦੇ ਸ਼ੇਅਰ ਪ੍ਰਾਈਸ ਦੇ ਵਿੱਚ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਹਨ। ਇਸ ਤਰ੍ਹਾਂ ਦੀ ਸਾਰੀਆਂ ਇਨਫੋਰਮੇਸ਼ਨ ਨੇ ਜਿਹੜੀਆਂ ਉਹ ਸਟਾਕ ਮਾਰਕੀਟਸ ਨੇ ਜਿਹੜੀਆਂ ਕੇਵਲ ਫਾਈਨੈਂਸ਼ੀਅਲ ਸਟੇਟਮੈਂਟਸ ਤੋਂ ਹੀ ਲੈ ਸਕਦੀਆਂ ਹਨ। ਇਸੇ ਤਰ੍ਹਾਂ ਚੌਥਾ ਐਕਸਟਰਨਲ ਯੂਜ਼ਰ ਹੈ ਸਪਲਾਇਰਸ ਐਂਡ ਲੈਂਡਰਸ। ਇੱਕ ਬਿਜ਼ਨਸ ਆਰਗੇਨਾਈਜੇਸ਼ਨ ਅਲੱਗ-ਅਲੱਗ ਸਮੇਂ 'ਤੇ ਅਲੱਗ-ਅਲੱਗ ਸਪਲਾਇਰਸ ਨਾਲ, ਕੰਜ਼ਿਊਮਰਸ ਨਾਲ ਡੀਲਿੰਗ ਕਰਦੀ ਰਹਿੰਦੀ ਹੈ। ਅਲੱਗ-ਅਲੱਗ ਸਪਲਾਇਰਸ ਤੋਂ ਮਾਲ ਖਰੀਦਦੀ ਹੈ, ਅਲੱਗ-ਅਲੱਗ ਲੈਂਡਰਸ ਤੋਂ ਸ਼ਾਰਟ ਟਰਮ ਲੋਨਸ ਲੈਂਦੀ ਹੈ, ਲੌਂਗ ਟਰਮ ਲੋਨ ਲੈਂਦੀ ਹੈ, ਓਵਰਡਰਾਫਟ ਦੀ ਫੈਸਿਲਿਟੀ ਵੀ ਲੈਂਦੀ ਹੈ। ਇਸ ਤਰੀਕੇ ਨਾਲ ਇਹ ਸਾਰੀ ਦੀਆਂ ਸਾਰੀਆਂ ਸਹੂਲਤਾਂ ਤਦ ਹੀ ਮਿਲ ਸਕਦੀਆਂ ਨੇ ਜੇਕਰ ਉਹ ਸਪਲਾਇਰ ਨੂੰ ਜਾਂ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨੂੰ ਬਿਜ਼ਨਸ ਦੀ ਫਾਈਨੈਂਸ਼ੀਅਲ ਪੋਜੀਸ਼ਨ ਟਰਸਟਯੋਗ ਹੈ। ਇਸ ਦੇ ਲਈ ਉਹ ਸਾਰੀਆਂ ਫਾਈਨੈਂਸ਼ੀਅਲ ਪੋਜੀਸ਼ਨ ਅਤੇ ਸਪਲਾਇਰਸ ਕੋਈ ਵੀ ਬਿਜ਼ਨਸ ਡੀਲਿੰਗ ਕਰਨ ਤੋਂ ਪਹਿਲਾਂ ਉਸ ਆਰਗੇਨਾਈਜੇਸ਼ਨ ਦੀਆਂ ਸਾਰੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਚੈੱਕ ਕਰਦੇ ਹਨ, ਉਹਨਾਂ ਦੀ ਪ੍ਰੋਫਿਟੇਬਿਲਿਟੀ ਚੈੱਕ ਕੀਤੀ ਜਾਂਦੀ ਹੈ ਅਤੇ ਉਹਨਾਂ ਦੀ ਫਾਈਨੈਂਸ਼ੀਅਲ ਪੋਜੀਸ਼ਨ ਚੈੱਕ ਕਰਦੀਆਂ ਹਨ। ਜੇਕਰ ਉਹ ਫਾਈਨੈਂਸ਼ੀਅਲ ਪੋਜੀਸ਼ਨ ਤਾਂ ਪ੍ਰੋਫਿਟੇਬਿਲਿਟੀ ਸਾਊਂਡ ਹੈ ਤਾਂ ਹੀ ਉਹਨਾਂ ਨਾਲ ਬਿਜ਼ਨਸ ਡੀਲਿੰਗਸ ਅੱਗੇ ਵਧਾਈਆਂ ਜਾਂਦੀਆਂ ਹਨ। ਇਸ ਤਰ੍ਹਾਂ
ਜੋ ਲੈਂਡਰਸ ਨੇ, ਸਪਲਾਇਰਸ ਨੇ, ਉਹ ਡਾਇਰੈਕਟਲੀ ਯੂਜ਼ ਕਰਦੇ ਨੇ ਫਾਈਨੈਂਸ਼ੀਅਲ ਇਨਫੋਰਮੇਸ਼ਨ ਨੂੰ ਫॉर देयर लैंडिंग पर्पस। सो नैक्सट पॉइंट है कंज्यूमर्स। एक बिजनेस ऑर्गेनाइजेशन दे विच ਉਹ ਬਿਜ਼ਨਸ ਆਰਗੇਨਾਈਜੇਸ਼ਨ सोसाइटी ਵਿੱਚ ਰਹਿ ਰਹੇ ਕੰਜ਼ੂਮਰਾਂ ਵਾਸਤੇ ਆਪਣੀ ਸੋਸ਼ਲ ਰਿਸਪੌਂਸਿਬਿਲਿਟੀ ਪੂਰੀ ਕਰ ਰਹੀ ਹੈ ਜਾਂ ਨਹੀਂ ਕਰ ਰਹੀ, ਇਸ ਚੀਜ਼ ਦੀ ਜਾਣਕਾਰੀ ਲਈ ਵੀ ਸਾਰੇ ਕੰਜ਼ੂਮਰਸ ਦੁਆਰਾ ਉਹਨਾਂ ਦੀ ਫਾਈਨੈਂਸ਼ੀਅਲ ਸਟੇਟਮੈਂਟਸ, ਅਕਾਊਂਟਿੰਗ ਰਿਕਾਰਡਸ 'ਤੇ ਡਾਇਰੈਕਟ ਵਾਚ ਰੱਖੀ ਜਾਂਦੀ ਹੈ। ਤਦ ਹੀ ਪਤਾ ਲਗਾਇਆ ਜਾ ਸਕਦਾ ਹੈ ਵੀ ਉਹ ਬਿਜ਼ਨਸ ਆਰਗੇਨਾਈਜੇਸ਼ਨ ਇੱਕ ਰੀਜਨੇਬਲ ਪ੍ਰਾਈਸ 'ਤੇ ਆਪਣੇ ਕੰਜ਼ੂਮਰਸ ਨੂੰ ਆਪਣੇ ਪ੍ਰੋਡਕਟ ਵੇਚ ਰਹੀ ਹੈ ਜਾਂ ਨਹੀਂ ਵੇਚ ਰਹੀ। ਸੋ ਇਸ ਚੀਜ਼ ਦੇ ਲਈ ਕੰਜ਼ੂਮਰਸ ਨੇ ਜੋ ਉਹ ਡਾਇਰੈਕਟਲੀ ਫਾਈਨੈਂਸ਼ੀਅਲ ਸਟੇਟਮੈਂਟਸ 'ਤੇ ਨਿਰਭਰ ਕਰਦੇ ਹਨ। ਸੋ ਨੈਕਸਟ ਪੁਆਇੰਟ ਹੈ ਮਾਰਕੀਟ ਰੈਗੂਲੇਟਰ। ਮਾਰਕੋ ਰੈਗੂਲੇਟਰ ਉਹ ਰੈਗੂਲੇਟਰਸ ਹੁੰਦੇ ਨੇ ਜੋ ਇੱਕ ਮਾਰਕੀਟ ਦੇ ਵਿੱਚ ਅਲੱਗ-ਅਲੱਗ ਕੰਪਨੀ ਦੀਆਂ ਅਲੱਗ-ਅਲੱਗ ਬਿਜ਼ਨਸ ਆਰਗੇਨਾਈਜੇਸ਼ਨਸ ਦੀਆਂ ਫਾਈਨੈਂਸ਼ੀਅਲ ਐਕਟੀਵਿਟੀਜ਼ 'ਤੇ ਵਾਚ ਰੱਖਦੇ ਨੇ ਡਾਇਰੈਕਟਲੀ। ਇਹ ਡਾਇਰੈਕਟਲੀ ਵਾਚ ਰੱਖਣ ਵਾਲਾ ਜੋ ਇੱਕ ਇੰਸਟੀਟਿਊਸ਼ਨ ਹੈ ਉਸਦਾ ਨਾਮ ਹੈ ਸੈਬੀ, ਸਟਾਕ ਐਕਸਚੇਂਜ ਬੋਰਡ ਆਫ ਇੰਡੀਆ। ਸਟਾਕ ਐਕਸਚੇਂਜ ਬੋਰਡ ਆਫ ਇੰਡੀਆ ਹੈ ਜੋ ਡਾਇਰੈਕਟਲੀ ਇੱਕ ਹਰੇਕ ਬਿਜ਼ਨਸ ਦੀਆਂ ਜੋ ਫਾਈਨੈਂਸ਼ੀਅਲ ਡੀਲਿੰਗਸ ਹੁੰਦੀਆਂ ਹਨ ਉਹਨਾਂ ਦੇ ਉਤਰਾਅ ਚੜ੍ਹਾਅ ਨੂੰ ਡਾਇਰੈਕਟਲੀ ਵਾਚ ਕਰਦਾ ਰਹਿੰਦਾ ਹੈ। ਸੋ ਇਸ ਤਰ੍ਹਾਂ ਜੇਕਰ ਸੈਬੀ ਦਾ ਮੇਨ ਮਕਸਦ ਇਹ ਹੁੰਦਾ ਹੈ ਵੀ ਉਹ ਆਪਣੇ ਜੋ ਇਨਵੈਸਟਰਸ ਇਨਵੈਸਟ ਕਰ ਰਹੇ ਹਨ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਝੂਠੀ ਜਾਣਕਾਰੀ ਤੋਂ ਬਚਾਇਆ ਜਾ ਸਕੇ ਅਤੇ ਉਹਨਾਂ ਇਨਵੈਸਟਰ ਦੇ ਇੰਟਰਸਟ ਨੂੰ ਪ੍ਰੋਟੈਕਟ ਕੀਤਾ ਜਾ ਸਕੇ। ਇਸ ਦੇ ਲਈ ਉਹ ਸਮੇਂ-ਸਮੇਂ 'ਤੇ ਅਲੱਗ-ਅਲੱਗ ਕੰਪਨੀਆਂ ਦੇ ਜਿਨ੍ਹਾਂ ਦੇ ਸ਼ੇਅਰਾਂ ਵਿੱਚ ਉਤਰਾਅ ਚੜ੍ਹਾਅ ਆ ਰਹੇ ਹਨ, ਜੋ ਨਵੇਂ ਸਟਾਕ ਮਾਰਕੀਟ ਦੇ ਵਿੱਚ ਲਿਸਟਡ ਹੋ ਰਹੇ ਹਨ, ਉਹਨਾਂ 'ਤੇ ਡਾਇਰੈਕਟ ਵਾਚ ਰੱਖਦਾ ਹੈ ਤਾਂ ਜੋ ਇਨਵੈਸਟਰ ਦੇ ਇੰਟਰਸਟ ਨੂੰ ਪ੍ਰੋਟੈਕਟ ਕੀਤਾ ਜਾ ਸਕੇ। ਇਨਵੈਸਟਰ ਦੇ ਇੰਟਰਸਟ ਨੂੰ ਪ੍ਰੋਟੈਕਟ ਕਰਨ ਲਈ ਸਾਰੀ ਲੋੜੀਂਦੀ ਜਾਣਕਾਰੀ ਮਾਰਕੀਟ ਰੈਗੂਲੇਟਰ ਦੁਆਰਾ ਉਹ ਡਾਇਰੈਕਟਲੀ ਇੱਕ ਬਿਜ਼ਨਸ ਆਰਗੇਨਾਈਜੇਸ਼ਨ ਦੀਆਂ ਜੋ ਫਾਈਨੈਂਸ਼ੀਅਲ ਸਟੇਟਮੈਂਟਸ ਹੁੰਦੀਆਂ ਹਨ ਉਸ ਤੋਂ ਲਈਆਂ ਜਾਂਦੀਆਂ ਹਨ। ਸੋ ਆਪਣਾ 7th ਪੁਆਇੰਟ ਹੈ ਸਟੂਡੈਂਟਸ ਐਂਡ ਰਿਸਰਚਰਸ। ਇੱਕ ਬਿਜ਼ਨਸ ਆਰਗੇਨਾਈਜੇਸ਼ਨ ਦੀਆਂ ਜੋ ਫਾਈਨੈਂਸ਼ੀਅਲ ਸਟੇਟਮੈਂਟਸ ਹਨ ਉਹਨਾਂ ਦੀ ਵਰਤੋਂ ਸਟੂਡੈਂਟਸ ਅਤੇ ਰਿਸਰਚਰ ਦੁਆਰਾ ਵੀ ਕੀਤੀ ਜਾਂਦੀ ਹੈ, ਕਿਉਂਕਿ ਇੱਕ ਬਿਜ਼ਨਸ ਦੀ ਪਰਫੋਰਮੈਂਸ ਕਿਸ ਤਰ੍ਹਾਂ ਦੀ ਰਹੀ, ਉਹਨਾਂ ਨੇ ਕਿਸ ਤਰ੍ਹਾਂ ਦੇ ਡਿਸੀਜਨ ਲਏ, ਸਾਰੀ ਦੀ ਸਾਰੀ ਜਾਣਕਾਰੀ ਆਪਾਂ ਨੂੰ ਉਹਨਾਂ ਦੇ ਅਕਾਊਂਟਿੰਗ ਰਿਕਾਰਡਸ ਤੋਂ ਮਿਲਦੀ ਹੈ। ਅਤੇ ਇੱਕ ਇਸ ਤਰ੍ਹਾਂ ਹੀ ਸਟੂਡੈਂਟ ਅਤੇ ਜੋ ਰਿਸਰਚਰ ਨੇ ਇਸ ਇਨਫੋਰਮੇਸ਼ਨ ਨੂੰ ਯੂਜ਼ ਕਰਕੇ ਆਪਣੀ ਪ੍ਰੈਕਟਿਸ ਨੂੰ ਇਨਹਾਂਸ ਕਰ ਸਕਦੇ ਹਨ ਅਤੇ ਆਪਣੀ ਸਕਿੱਲਸ ਨੂੰ ਡਿਵੈਲਪ ਕਰ ਸਕਦੇ ਹਨ। ਇਸ ਤਰ੍ਹਾਂ ਜੋ ਫਾਈਨੈਂਸ਼ੀਅਲ ਸਟੇਟਮੈਂਟਸ ਨੇ ਉਹ ਸਟੂਡੈਂਟਸ ਅਤੇ ਰਿਸਰਚਰ ਦੇ ਲਈ ਜੋ ਉਹਨਾਂ ਨੂੰ ਇਨਫੋਰਮੇਸ਼ਨ ਦੀ ਲੋੜ ਹੁੰਦੀ ਹੈ ਉਹ ਡਾਇਰੈਕਟਲੀ ਫਾਈਨੈਂਸ਼ੀਅਲ ਸਟੇਟਮੈਂਟਸ ਤੋਂ ਲੈਂਦੇ ਹਨ। ਸੋ ਨੈਕਸਟ ਪੁਆਇੰਟ ਹੈ ਫੋਰਨ ਏਜੰਸੀਜ਼। ਕਿਉਂਕਿ ਉਹ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਫਾਸਟੈਸਟ ਕਮਿਊਨੀਕੇਸ਼ਨ ਕਰਨ ਦਾ ਤਰੀਕਾ ਹੈ ਇੰਟਰਨੈੱਟ। ਅਤੇ ਇਸ ਤਰ੍ਹਾਂ ਗਲੋਬਲਾਈਜੇਸ਼ਨ ਹੋਣ ਦੇ ਨਾਲ ਸਾਰੇ ਵਰਲਡ ਦੀਆਂ ਜੋ ਟਰੇਡ ਆਰਗੇਨਾਈਜੇਸ਼ਨ ਨੇ, ਅਲੱਗ-ਅਲੱਗ ਬਿਜ਼ਨਸ ਆਰਗੇਨਾਈਜੇਸ਼ਨ ਨੇ, ਉਹ ਇੱਕ ਦੂਜੇ ਨਾਲ ਲਿੰਕਡ ਹਨ ਅਤੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਹਰ ਦਿਨ ਹੀ ਕੋਈ ਨਾ ਕੋਈ ਨਵਾਂ ਅਮਲਗਾਮੇਸ਼ਨ, ਮਰਜਰ, ਐਕੁਜੀਸ਼ਨਸ ਇਸ ਤਰ੍ਹਾਂ ਦੇ ਪੜਾਵ ਚੱਲਦੇ ਰਹਿੰਦੇ ਹਨ। ਇੰਪੋਰਟ ਐਕਸਪੋਰਟਸ ਵੱਧਦੇ ਰਹਿੰਦੇ ਹਨ ਅਤੇ ਅਲੱਗ-ਅਲੱਗ ਤਰ੍ਹਾਂ ਦੇ ਕੋਲੈਬੋਰੇਸ਼ਨਸ ਹੋ ਰਹੇ ਹਨ, ਜਿਸ ਨੂੰ ਕਿ ਇਹ ਸਾਰੀਆਂ ਚੀਜ਼ਾਂ ਐਕਟੀਵਿਟੀਜ਼ ਨੂੰ ਕਰਨ ਦੇ ਲਈ ਸਾਰੀਆਂ ਅਲੱਗ-ਅਲੱਗ ਬਿਜ਼ਨਸ ਆਰਗੇਨਾਈਜੇਸ਼ਨ ਨੂੰ ਇਨਫੋਰਮੇਸ਼ਨ ਦੀ ਲੋੜ ਹੁੰਦੀ ਹੈ, ਜੋ ਸਾਰੀ ਤਰ੍ਹਾਂ ਦੀਆਂ ਉਹ ਇਨਫੋਰਮੇਸ਼ਨਸ ਨੇ ਉਹ ਫਾਈਨੈਂਸ਼ੀਅਲ ਸਟੇਟਮੈਂਟਸ ਤੋਂ ਹੀ ਲੈ ਸਕਦੇ ਹਨ। ਇਸ ਲਈ ਜੋ ਫਾਈਨੈਂਸ਼ੀਅਲ ਏਜੰਸੀਜ਼ ਨੇ, ਫੋਰਨ ਏਜੰਸੀਜ਼ ਨੇ, ਜੋ ਫਾਈਨੈਂਸ਼ੀਅਲ ਮੈਟਰ ਦੇ ਲਈ ਉਹ ਸਾਰੀਆਂ ਬਿਜ਼ਨਸ ਦੀਆਂ ਫਾਈਨੈਂਸ਼ੀਅਲ ਸਟੇਟਮੈਂਟਸ 'ਤੇ ਡਿਪੈਂਡੈਂਟ ਹੁੰਦੀਆਂ ਹਨ। ਉੱਥੋਂ ਹੀ ਉਹ ਇਨਫੋਰਮੇਸ਼ਨ ਲੈ ਕੇ ਕੋਲੈਬੋਰੇਸ਼ਨ ਵਰਗੀਆਂ ਸਾਰੀਆਂ ਪ੍ਰਕਿਰਿਆਵਾਂ ਦੇ ਵਿੱਚ ਅੱਗੇ ਵੱਧਦੀਆਂ ਹਨ। ਸੋ ਨੈਕਸਟ ਪੁਆਇੰਟ ਹੈ ਮੀਡੀਆ। ਪ੍ਰਿੰਟ ਮੀਡੀਆ ਜਿਸ ਤਰ੍ਹਾਂ ਕਿ ਕੋਈ ਫਾਈਨੈਂਸ਼ੀਅਲ ਨਿਊਜ਼ਪੇਪਰ ਹੋ ਗਏ ਜਾਂ ਕੋਈ ਜਰਨਲਸ ਹੋ ਗਏ, ਇਸੇ ਤਰ੍ਹਾਂ ਹੀ ਕੋਈ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਿਵੇਂ ਕਿ ਬਿਜ਼ਨਸ ਚੈਨਲ ਹੋ ਗਏ, ਇਹਨਾਂ ਸਾਰਿਆਂ ਨੂੰ ਇੱਕ ਬਿਜ਼ਨਸ ਆਰਗੇਨਾਈਜੇਸ਼ਨ ਦੀਆਂ ਉਹਦੀਆਂ ਕੀ ਅਚੀਵਮੈਂਟਸ ਹੋਈਆਂ, ਉਹਨਾਂ ਨੂੰ ਕੀ ਪ੍ਰੋਬਲਮਸ ਫੇਸਡ ਕੀਤੀਆਂ ਅਤੇ ਕਿਸ ਤਰ੍ਹਾਂ ਦੀ ਉਹਨਾਂ ਦੀ ਪਰਫੋਰਮੈਂਸ ਰਹੀ ਹੈ, ਸਾਰੀ ਜਾਣਕਾਰੀ ਦੀ ਉਹਨਾਂ ਨੂੰ ਲੋੜ ਹੁੰਦੀ ਹੈ।
ਇਹ ਸਾਰੀ ਜਾਣਕਾਰੀ ਉਹ ਬਿਜ਼ਨਸ ਦੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਤੋਂ ਹੀ ਪ੍ਰਾਪਤ ਕਰਦੇ ਹਨ। ਇਸ ਤਰ੍ਹਾਂ ਇਹ ਬਿਜ਼ਨਸ ਦੀਆਂ ਜੋ ਸਾਰੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਨੇ ਉਹ ਜ਼ਿਆਦਾਤਰ ਜਾਂ ਤਾਂ ਉਹ ਵੈਬ ਪਬਲਿਸ਼ ਕਰ ਦਿੱਤੀਆਂ ਜਾਂਦੀਆਂ ਹਨ, ਜਾਂ ਫਿਰ ਉਹਨਾਂ ਦੀਆਂ ਜੋ ਬਿਜ਼ਨਸ ਆਰਗੇਨਾਈਜੇਸ਼ਨ ਐਨੂਅਲ ਰਿਪੋਰਟਸ ਹਨ ਉਹ ਸਾਰੀਆਂ ਦਾ ਇਹ ਪ੍ਰਿੰਟ ਮੀਡੀਆ ਜੋ ਹੈ ਐਨਾਲਿਸਿਸ ਕਰਕੇ ਉਸ ਤੋਂ ਬਾਅਦ ਆਮ ਪਬਲਿਕ ਤੱਕ ਇਨਫੋਰਮੇਸ਼ਨ ਪ੍ਰੋਵਾਈਡ ਕਰਦਾ ਹੈ। ਇਸ ਤਰ੍ਹਾਂ ਇਹ ਨੌਵਾਂ ਜੋ ਪ੍ਰਿੰਟ ਮੀਡੀਆ ਹੈ ਇਹ ਲਾਸਟ ਐਕਸਟਰਨਲ ਯੂਜ਼ਰ ਹੈ ਫਾਈਨੈਂਸ਼ੀਅਲ ਸਟੇਟਮੈਂਟਸ ਦਾ, ਜਿਹੜੇ ਕਿ ਆਪਣੀ ਇਨਫੋਰਮੇਸ਼ਨ ਨੂੰ ਆਮ ਪਬਲਿਕ ਦੇ ਤੱਕ ਪਹੁੰਚਾਉਂਦੇ ਹਨ। ਸੋ ਇਸ ਤੋਂ ਬਾਅਦ ਆਪਾਂ ਪੜ੍ਹਦੇ ਹਾਂ qualitative features of financial information। एक बिजनेस ऑर्गेनाइजेशन की जो फाइनैशियल इनफॉर्मेशन है जिस ते अलग-अलग तरह के यूजर्स डिपेंडेंट रहते हैं, चाहे वो इंटरनली हो चाहे वो एक्सटर्नली हो। सो उन्होंने सारिया यूजर्स नूं एक्यूरेट ते सही इनफॉर्मेशन समय सिर प्रोवाइड करनी होंदी है। सो ये सारी दी सारियां जो इनफॉर्मेशन जो फाइनैशियल स्टेटमेंट्स तो लेंदे ने, फाइनैशियल रिकॉर्ड्स तो लेंदे ने। इस तरह ही अज आप डिस्कस करांगे फाइनैशियल इनफॉर्मेशन जो बिजनेस ऑर्गेनाइजेशन द्वारा प्रोवाइड की जाती है उस दे विच की फीचर्स ने, उसके की क्वालिटेटिव फीचर्स ने, मतलब वो चीज़ां वो गुण उस दे विच होने चाहिए हैं तां जो इनफॉर्मेशन का बैटर यूटिलाइजेशन किया जा सके। सो सब तो पहला है रिलायबिलिटी। रिलायबिलिटी एक अकाउंटिंग इनफॉर्मेशन हमेशा रिलायबल होनी चाहिए है, उस पर भरोसा किया जा सके। तो एक हमेशा जो इनफॉर्मेशन है वो रिलायबल तां ही बन सकती है जेकर वो फ्री फ्रॉम बायसनेस एंड एरर्स। एक इनफॉर्मेशन जेकर वो पक्षपात तो अते गलतियां तो जे रहत होगी तां ही वो इनफॉर्मेशन का रिलायबिलिटी वधदी है, तां ही वो इनफॉर्मेशन रिलायबली यूज़ की जा सकती है। तो इस तरह ही एक बिजनेस ऑर्गेनाइजेशन की इनफॉर्मेशन है जो वो रिलायबल होनी चाहिए तां जो हरेक यूजर्स उसनू यूज़ कर सके। एक बिजनेस ऑर्गेनाइजेशन की इनफॉर्मेशन है वो रिलायबल तां हो सकती है जेकर हरेक ट्रांजैक्शन सिस्टमैटिक तरीके नाल रिकॉर्ड की गई होवे अते हरेक ट्रांजैक्शन लई कोई ना कोई डॉकूमेंटरी एविडेंस जरूर रिकॉर्ड में रखा गया हो जिस तो पहचान हो सके कि वो एंट्री सही है। इस तरीके नाल जो इनफॉर्मेशनस ने ये सारी इनफॉर्मेशन रिलायबल होनी चाहिए ने तां जो भी यूजर्स है वो ईजिली इसनू अडोप्ट कर सके तो इसका यूज़ कर सके। सो सैकेंड पॉइंट है रेलेवेंस। एक बिजनेस ऑर्गेनाइजेशन की जो भी फाइनैशियल स्टेटमेंट्स ने, फाइनैशियल इनफॉर्मेशन है वो रेलेवेंस होनी चाहिए है, क्योंकि जेकर एक बिजनेस ऑर्गेनाइजेशन की इनफॉर्मेशन है जो वो रेलेवेंस है तो उस बिजनेस के मैनेजर शेयर होल्डर्स वो पुरानियां जो भी हिस्टोरिकल डाटा है उन्होंने उसनू चैक करनगे ਅਤੇ उस तरीके नाल ਉਹ पास्ट 'ਚ ਕੀਤੀਆਂ ਗਈਆਂ ਗਲਤੀਆਂ ਨੂੰ ਐਨਾਲਾइज़ कर सकते हैं ਅਤੇ फ्यूचर 'ਚ उस संबंधी प्लान कर सकते हैं। एक फाइनैशियल इनफॉर्मेशन ਦੇ ਵਿੱਚ ਰੈਲੇਵੈਂਸ ਬਣਾਈ ਰੱਖਣ ਦੇ ਲਈ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਕਿ ਉਹ ਸਾਰੀ ਦੀ ਸਾਰੀ ਇਨਫੋਰਮੇਸ਼ਨ ਅਨਨੈਸੈਸਰੀ ਫੈਕਟਸ ਅਨਇੰਪੋਰਟੈਂਟ ਇਨਫੋਰਮੇਸ਼ਨ ਤੋਂ ਦੂਰ ਹੋਣੀ ਚਾਹੀਦੀ ਹੈ। ਜੇਕਰ ਅਤੇ ਨਾਲ ਇਹ ਵੀ ਹੈ ਕਿ ਇਹ ਸਾਰੀ ਦੀ ਸਾਰੀ ਇਨਫੋਰਮੇਸ਼ਨ ਇਸ ਤਰੀਕੇ ਨਾਲ ਹੋਣੀ ਚਾਹੀਦੀ ਹੈ, ਕੋਈ ਵੀ ਰੈਲੇਵੈਂਸ ਇਨਫੋਰਮੇਸ਼ਨ ਉਸ ਦੇ ਵਿੱਚੋਂ गायब नहीं होनी चाहिए, सारी की सारी इनफॉर्मेशन उस इनकलूडिड होनी चाहिए हाँ। सो थर्ड पॉइंट है अंडरस्टैंडेबिलिटी। एक जो फाइनैशियल इनफॉर्मेशन है वो ईजिली अंडरस्टैंड की जा सके, क्योंकि जो भी बिजनेस के रिकॉर्ड्स एंट्रीज ट्रांजैक्शनस ड्यूरिंग द साल रिकॉर्ड की जाती हैं उन्होंने क्लासीफाई किया जाता है, एनालाइज़ किया जाता, समराइज किया जाता है, उस तरीके नाल किया जाना चाहिए है भी तां जो उन्होंने तो मिलने वाली इनफॉर्मेशन ईजिली अंडरस्टैंड की जा सके। क्योंकि अननैसैसरी फैक्ट्स जिन्हां दी कोई जरूरत नहीं है वो फाइनैशियल स्टेटमेंट के इनकलूडिड नहीं किए जाने। इस तो इलावा सब तो जरूरी गल यह है कि एक बिजनेस ऑर्गेनाइजेशन नूं
ਆਪਣੀ ਫਾਈਨੈਂਸ਼ੀਅਲ ਇਨਫੋਰਮੇਸ਼ਨ ਦੇ ਵਿੱਚ ਅਜਿਹੀ ਕੋਈ ਵੀ ਕੰਪਲੈਕਸ ਇਨਫੋਰਮੇਸ਼ਨ ਜਿਹੜੀ ਕਿ ਜ਼ਰੂਰੀ ਹੋਵੇ ਐਕਸਟਰਨਲ ਯੂਜ਼ਰ ਦੇ ਲਈ ਜਾਂ ਇੰਟਰਨਲ ਯੂਜ਼ਰ ਦੇ ਲਈ, ਚਾਹੇ ਉਹ ਕਿੰਨੀ ਵੀ ਕੰਪਲੈਕਸ ਹੋਵੇ, ਤਾਂ ਉਸ ਨੂੰ ਜ਼ਰੂਰ ਪਬਲਿਸ਼ ਫਾਈਨੈਂਸ਼ੀਅਲ ਇਨਫੋਰਮੇਸ਼ਨ ਦੇ ਵਿੱਚ ਕਰਨਾ ਚਾਹੀਦਾ ਹੈ, ਤਾਂ ਜੋ ਉਸ ਦੀ ਰੈਲੇਵੈਂਸੀ ਬਰਕਰਾਰ ਰਹਿ ਸਕੇ ਅਤੇ ਈਜ਼ੀਲੀ ਅੰਡਰਸਟੈਂਡ ਕੀਤੀ ਜਾ ਸਕੇ। ਸੋ ਚੌਥਾ ਪੁਆਇੰਟ ਹੈ ਕੰਪੈਰੇਬਿਲਟੀ। ਇੱਕ ਬਿਜ਼ਨਸ ਆਰਗੇਨਾਈਜੇਸ਼ਨ ਦੀ ਜੋ ਫਾਈਨੈਂਸ਼ੀਅਲ ਇਨਫੋਰਮੇਸ਼ਨ ਹੈ ਉਹ ਈਜ਼ੀਲੀ ਕੰਪੈਰੇਬਲ ਹੋਣੀਆਂ ਚਾਹੀਦੀਆਂ ਹਨ, ਤਾਂ ਜੋ ਇੱਕ ਐਂਟਰਪ੍ਰਾਈਜ਼ ਦੀ ਜੋ ਫਾਈਨੈਂਸ਼ੀਅਲ ਇਨਫੋਰਮੇਸ਼ਨ ਹੈ ਉਸ ਨੂੰ ਈਜ਼ੀਲੀ ਕੰਪੇਅਰ ਕੀਤਾ ਜਾ ਸਕੇ ਦੂਸਰੀ ਬਿਜ਼ਨਸ ਆਰਗੇਨਾਈਜੇਸ਼ਨ ਦੀ ਫਾਈਨੈਂਸ਼ੀਅਲ ਇਨਫੋਰਮੇਸ਼ਨ ਦੇ ਨਾਲ, ਤਾਂ ਜੋ ਕੰਪੈਰੀਜ਼ਨ ਕਰਨ ਦੇ ਨਾਲ ਬਿਜ਼ਨਸ ਦੀਆਂ ਵੀਕਨੈਸਿਸ ਪਤਾ ਲੱਗ ਸਕਣ, ਕਿਹੜੇ ਪੁਆਇੰਟ 'ਤੇ ਉਹ ਬਿਜ਼ਨਸ ਲੂਜ਼ ਜਾ ਰਿਹਾ ਹੈ ਉਸ ਨੂੰ ਸਟਰੋਂਗ ਕੀਤਾ ਜਾ ਸਕੇ, ਅਤੇ ਕਿਹੜੀਆਂ ਆਰਗੇਨਾਈਜੇਸ਼ਨ ਦੇ ਵਿੱਚ ਡਿਪਾਰਟਮੈਂਟਲ ਐਕਟੀਵਿਟੀਜ਼ ਨੇ ਜਿਹੜੀਆਂ ਉਹ ਜੋ ਕਿ ਪ੍ਰੋਫਿਟ ਮੈਕਸੀਮਾਈਜ਼ ਨਹੀਂ ਕਰ ਰਹੀਆਂ ਉਹਨਾਂ ਨੂੰ ਲੈਮੀਨੇਟ ਕੀਤਾ ਜਾ ਸਕੇ। ਅਤੇ ਸਾਰੀ ਦੀ ਸਾਰਾ ਕੰਪੈਰੀਜ਼ਨ ਮੇਨਲੀ ਤਾਂ ਕੀਤਾ ਜਾ ਸਕਦਾ ਹੈ ਜੇਕਰ ਸਾਰੀਆਂ ਆਰਗੇਨਾਈਜੇਸ਼ਨ ਦੇ ਵਿੱਚ ਸਟੈਂਡਰਡਲਾਈਜ਼ਡ ਪੋਲਿਸੀਜ਼ ਯੂਜ਼ ਕੀਤੀਆਂ ਜਾਂਦੀਆਂ ਹੋਣ। ਜੇ ਇੱਕ ਹੀ ਤਰ੍ਹਾਂ ਦੀਆਂ ਸਾਰੀਆਂ ਆਰਗੇਨਾਈਜੇਸ਼ਨ ਦੇ ਵਿੱਚ ਪੋਲਿਸੀਜ਼ ਯੂਜ਼ ਕੀਤੀਆਂ ਜਾਂਦੀਆਂ ਹੋਣਗੀਆਂ ਤਾਂ ਈਜ਼ੀਲੀ ਕੰਪੇਅਰ ਕੀਤਾ ਜਾ ਸਕਦਾ ਹੈ। ਸੋ ਇਹ ਸਨ ਆਪਣੇ ਕੁਆਲੀਟੇਟਿਵ ਫੀਚਰਸ ਆਫ ਫਾਈਨੈਂਸ਼ੀਅਲ ਇਨਫੋਰਮੇਸ਼ਨ। ਸੋ ਇਸ ਤੋਂ ਬਾਅਦ ਪੜ੍ਹਾਂਗੇ ਹੈ ਬ੍ਰਾਂਚਸ ਆਫ ਫਾਈਨੈਂਸ਼ੀਅਲ ਅਕਾਊਂਟਿੰਗ। ਬ੍ਰਾਂਚਸ ਮੀਨਸ ਸ਼ਾਖਾਵਾਂ, ਕਿੰਨੀ ਤਰ੍ਹਾਂ ਦੀਆਂ ਫਾਈਨੈਂਸ਼ੀਅਲ ਟਾਈਪਸ ਵੀ ਬੇਸਿਕਲੀ ਆਪਾਂ ਕਹਿ ਸਕਦੇ ਹਾਂ। ਅਕਾਊਂਟਿੰਗ ਹੁਣ ਆਪਾਂ ਡਿਸਕਸ ਕਰਾਂਗੇ ਬ੍ਰਾਂਚਸ ਆਫ ਅਕਾਊਂਟਿੰਗ। ਬ੍ਰਾਂਚਸ ਆਫ ਅਕਾਊਂਟਿੰਗ ਮੇਨਲੀ ਜੋ ਅਕਾਊਂਟਿੰਗ ਹੈ ਇਸ ਦੀਆਂ 3 ਬ੍ਰਾਂਚਸ ਹੁੰਦੀਆਂ ਹਨ। ਪਹਿਲੀ ਬ੍ਰਾਂਚ ਹੈ ਫਾਈਨੈਂਸ਼ੀਅਲ ਅਕਾਊਂਟਿੰਗ, ਸੈਕੰਡ ਬ੍ਰਾਂਚ ਹੈ ਕੋਸਟ ਅਕਾਊਂਟਿੰਗ, ਥਰਡ ਹੈ ਮੈਨੇਜਮੈਂਟ ਅਕਾਊਂਟਿੰਗ। ਜਿਸ ਤਰ੍ਹਾਂ ਕਿ ਫਾਈਨੈਂਸ਼ੀਅਲ ਅਕਾਊਂਟਿੰਗ ਦੇ ਵਿੱਚ ਆਪਾਂ ਜਾਣਦੇ ਹਾਂ, ਫਾਈਨੈਂਸ਼ੀਅਲ ਅਕਾਊਂਟਿੰਗ ਬੇਸਿਕਲੀ ਇਸ ਦਾ ਸੰਬੰਧ ਹੈ ਸਿਸਟਮੈਟਿਕ ਤਰੀਕੇ ਦੇ ਨਾਲ ਸਾਰੀਆਂ ਟ੍ਰਾਂਜੈਕਸ਼ਨਸ ਨੂੰ ਰਿਕਾਰਡ ਕਰਨਾ ਅਤੇ ਉਹਨਾਂ ਨੂੰ ਕਲਾਸੀਫਾਈ ਕਰਨਾ, ਉਹਨਾਂ ਨੂੰ ਸਮਰਾਈਜ਼ ਕਰਨਾ, ਉਹਨਾਂ ਨੂੰ ਇੰਟਰਪ੍ਰੀਟਿੰਗ ਕਰਨਾ ਐਂਡ ਕਮਿਊਨੀਕੇਸ਼ਨ ਕਰਨਾ। ਇਹ ਸਾਰੇ ਦਾ ਸਾਰਾ ਕੰਮ ਹੈ ਜੋ ਫਾਈਨੈਂਸ਼ੀਅਲ ਅਕਾਊਂਟਿੰਗ ਦੇ ਵਿੱਚ ਹੀ ਕੀਤਾ ਜਾਂਦਾ ਹੈ। ਅਤੇ ਫਾਈਨੈਂਸ਼ੀਅਲ ਅਕਾਊਂਟਿੰਗ ਬੇਸਿਕਲੀ ਇਸ ਦਾ ਮੇਨ ਮੋਟਿਵ ਕੀ ਹੁੰਦਾ ਹੈ ਕਿ ਬਿਜ਼ਨਸ ਆਰਗੇਨਾਈਜੇਸ਼ਨ ਦੀ ਪ੍ਰੋਫਿਟੇਬਿਲਿਟੀ ਨੂੰ ਜਾਣਨਾ, ਜੋ ਕਿ ਉਸ ਬਿਜ਼ਨਸ ਦੇ ਪ੍ਰੋਫਿਟ ਐਂਡ ਲੋਸ ਅਕਾਊਂਟ ਤੋਂ ਜਾਣਿਆ ਜਾ ਸਕਦਾ ਹੈ। ਅਤੇ ਇਸੇ ਤਰ੍ਹਾਂ ਹੀ ਉਸ ਬਿਜ਼ਨਸ ਦੀ ਫਾਈਨੈਂਸ਼ੀਅਲ ਪੋਜੀਸ਼ਨ ਨੂੰ ਜਾਣਨਾ, ਜੋ ਕਿ ਇੱਕ ਪਰਟੀਕੂਲਰ ਡੇਟ ਨੂੰ ਸਾਲ ਦੇ ਐਂਡ ਵਿੱਚ ਬਣਾਈ ਜਾਣ ਵਾਲੀ ਬੈਲੈਂਸ ਸ਼ੀਟ ਤੋਂ ਆਪਾਂ ਨੂੰ ਪਤਾ ਲੱਗ ਸਕਦਾ ਹੈ। ਸੋ ਇਸ ਤੋਂ ਅਗਲਾ ਹੈ ਕੋਸਟ ਅਕਾਊਂਟਿੰਗ। ਕੋਸਟ ਅਕਾਊਂਟਿੰਗ ਵੀ ਇਸ ਦੀ ਇੱਕ ਬ੍ਰਾਂਚ ਹੈ ਜਿਸ ਦੇ ਵਿੱਚ ਬੇਸਿਕਲੀ ਕੋਸਟਸ ਨੂੰ ਆਇਡੈਂਟੀਫਾਈ ਕੀਤਾ ਜਾਂਦਾ ਹੈ, ਕਲਾਸੀਫਾਈ ਕੀਤਾ ਜਾਂਦਾ ਹੈ, ਉਹਨਾਂ ਨੂੰ ਮੈਜ਼ਰ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਕੰਟਰੋਲ ਕੀਤਾ ਜਾਂਦਾ ਹੈ। ਇਸ ਦੇ ਵਿੱਚ ਬੇਸਿਕਲੀ 4 ਮੇਨ ਪੁਆਇੰਟ ਜਿਨ੍ਹਾਂ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ। ਆਇਡੈਂਟੀਫਿਕੇਸ਼ਨ, ਇਸ ਦੇ ਵਿੱਚ ਕੋਸਟ ਨੂੰ ਆਇਡੈਂਟੀਫਾਈ ਕੀਤਾ ਜਾਂਦਾ ਹੈ। ਸੋ ਸੈਕੰਡ ਹੈ ਕਲਾਸੀਫਿਕੇਸ਼ਨ, ਉਹਨਾਂ ਸਾਰੀਆਂ ਕੋਸਟ ਨੂੰ ਦੀ ਕਲਾਸੀਫਿਕੇਸ਼ਨ ਕੀਤੀ ਜਾਂਦੀ ਹੈ, ਇੱਕੋ ਹੀ ਨੇਚਰ ਦੀਆਂ ਕੋਸਟ ਨੂੰ ਇੱਕ ਜਗ੍ਹਾ 'ਤੇ ਕਲੱਬ ਕਰ ਲਿਆ ਜਾਂਦਾ ਹੈ। ਫਿਰ ਉਸਦਾ ਹੈ ਮੈਜ਼ਰਮੈਂਟਸ, ਉਹ ਸਾਰੀਆਂ ਕੋਸਟਸ ਨੂੰ ਉਹਨਾਂ ਨੂੰ ਮੈਜ਼ਰ ਕੀਤਾ ਜਾਂਦਾ ਹੈ ਇਨ ਟਰਮਸ ਆਫ ਮਨੀ, ਸਾਰੀਆਂ ਕੋਸਟ ਨੂੰ ਮੈਜ਼ਰ ਕੀਤਾ ਜਾਂਦਾ ਹੈ। ਲਾਸਟ ਹੈ ਸਮਰਾਈਜ਼ਿੰਗ, ਸਮਰਾਈਜ਼ਿੰਗ ਦੇ ਵਿੱਚ ਸਾਰੀਆਂ ਕੋਸਟ ਨੂੰ ਸਮਰਾਈਜ਼ ਕੀਤਾ ਜਾਂਦਾ ਹੈ ਤਾਂ ਜੋ ਉਸ ਤੋਂ ਬਾਅਦ ਇੱਕ ਉਸ ਆਰਗੇਨਾਈਜੇਸ਼ਨ ਦੀਆਂ ਟੋਟਲ ਕੋਸਟ ਇੱਕ ਪ੍ਰੋਡਕਟ ਦੀ ਕੱਢੀ ਜਾ ਸਕੇ। ਇਸੇ ਤਰ੍ਹਾਂ ਹੀ ਇਸ ਕੋਸਟ ਅਕਾਊਂਟਿੰਗ ਦੇ ਵਿੱਚ ਬੇਸਿਕਲੀ ਸਟੈਂਡਰਡ ਕੋਸਟਿੰਗ ਯੂਜ਼ ਕੀਤੀ ਜਾਂਦੀ ਹੈ। ਇਹ ਸਾਰੀਆਂ ਕੋਸਟ ਕੰਟਰੋਲ ਕਰਨ ਦੀਆਂ ਟੈਕਨੀਕਸ ਹਨ, ਜਿੱਦਾਂ ਕਿ ਸਟੈਂਡਰਡ ਕੋਸਟਿੰਗ ਯੂਜ਼ ਕੀਤੀ ਜਾਂਦੀ ਹੈ, ਮਾਰਜਨਲ ਕੋਸਟਿੰਗ ਯੂਜ਼ ਕੀਤੀ ਜਾਂਦੀ ਹੈ ਅਤੇ ਡਿਫਰੈਂਸ਼ੀਅਲ ਕੋਸਟ ਇਸ ਯੂਜ਼ ਕੀਤੀ ਜਾਂਦੀ ਹੈ, ਓਪਰਚੁਨਿਟੀ ਕੋਸਟ ਵੀ ਇਸ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ। ਇਹ ਚਾਰੇ ਦੀ ਚਾਰੀਆਂ ਬੇਸਿਕਲੀ ਕੋਸਟ ਕੰਟਰੋਲ ਕਰਨ ਦੀਆਂ ਟੈਕਨੀਕ ਹਨ। ਕੋਸਟ ਅਕਾਊਂਟਿੰਗ ਬੇਸਿਕਲੀ ਤਾਂ ਯੂਜ਼ ਕੀਤੀ ਜਾਂਦੀ ਹੈ ਵੀ ਇਹ ਪਤਾ ਕੀਤਾ ਜਾ ਸਕੇ ਕਿ ਜਦੋਂ ਆਪਾਂ ਦੋਨੇ ਅਲਟਰਨੇਟਿਵ ਦੇ ਵਿੱਚੋਂ ਕੋਈ ਬੈਸਟ ਅਲਟਰਨੇਟਿਵ ਯੂਜ਼ ਕਰਨਾ ਹੋਵੇ ਤਾਂ ਕੋਸਟ ਅਕਾਊਂਟਿੰਗ ਦੀ ਯੂਜ਼ ਕੀਤੀ ਜਾਂਦੀ ਹੈ। ਜੇਕਰ ਆਪਾਂ ਇਹ ਡਿਸੀਜਨ ਲੈਣਾ ਹੋਵੇ ਕਿ ਕੋਈ ਪ੍ਰੋਡਕਟ ਹੈ ਜੋ ਆਪਾਂ ਫੈਕਟਰੀ ਦੇ ਵਿੱਚ ਮੈਨੂਫੈਕਚਰ ਕਰਨਾ ਹੈ ਜਾਂ ਉਸਨੂੰ ਮਾਰਕੀਟ ਤੋਂ ਖਰੀਦਣਾ ਹੈ
ਤਦ ਇਹ ਕੋਸਟਿੰਗ ਅਕਾਊਂਟਿੰਗ ਜੋ ਯੂਜ਼ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਹੀ ਅਲੱਗ-ਅਲੱਗ ਡਿਪਾਰਟਮੈਂਟਸ ਦੀ ਜੋ ਪਰਫੋਰਮੈਂਸ ਹੈ ਮਾਪਣ ਲਈ ਕੋਸਟ ਅਕਾਊਂਟਿੰਗ ਯੂਜ਼ ਕੀਤੀ ਜਾਂਦੀ ਹੈ। ਕਿਹੜੀ ਪ੍ਰੋਡਕਟ ਲਾਈਨ ਆਪਾਂ ਨੂੰ ਘੱਟ ਪ੍ਰੋਫਿਟ ਦੇ ਰਹੀ ਹੈ, ਲੋਸ ਮੇਕਿੰਗ ਹੈ, ਉਸ ਨੂੰ ਲੈਮੀਨੇਟ ਕੀਤਾ ਜਾ ਸਕੇ। ਇਹ ਸਾਰੀਆਂ ਦੀਆਂ ਸਾਰੀਆਂ ਜੋ ਐਕਟੀਵਿਟੀਜ਼ ਨੇ, ਇਨਫੋਰਮੇਸ਼ਨਸ ਨੇ, ਆਪਾਂ ਸਾਰਾ ਕੋਸਟ ਅਕਾਊਂਟਿੰਗ ਦੇ ਥਰੂ ਹੀ ਪ੍ਰਾਪਤ ਕਰ ਸਕਦੇ ਹਾਂ। ਇਸੇ ਤਰ੍ਹਾਂ ਹੈ ਮੈਨੇਜਮੈਂਟ ਅਕਾਊਂਟਿੰਗ। ਇੱਥੇ ਦੋ ਵਰਡ ਯੂਜ਼ ਕੀਤੇ ਹੋਏ ਹਨ, ਮੈਨੇਜਮੈਂਟ ਐਂਡ ਅਕਾਊਂਟਿੰਗ। ਮੈਨੇਜਮੈਂਟ ਉਹ ਗਰੁੱਪ ਆਫ ਪਰਸਨਸ ਹੈ ਜੋ ਕਿ ਬੇਸਿਕਲੀ ਜਿਨ੍ਹਾਂ ਦਾ ਮੇਨ ਓਬਜੈਕਟਿਵ ਹੁੰਦਾ ਹੈ ਕਿ ਬਿਜ਼ਨਸ ਆਰਗੇਨਾਈਜੇਸ਼ਨ ਦੇ ਗੋਲ ਨੂੰ ਅਚੀਵ ਕੀਤਾ ਜਾ ਸਕੇ। ਉਹ ਅਚੀਵ ਕਿਹਦੇ ਨਾਲ ਕੀਤਾ ਜਾ ਸਕਦਾ ਹੈ? ਉਹ ਮੈਨੇਜਮੈਂਟ ਦੇ ਫੰਕਸ਼ਨਸ ਨੇ ਜੋ ਬੇਸਿਕਲੀ ਉਹਨਾਂ ਨਾਲ ਇਹ ਅਚੀਵ ਕੀਤਾ ਜਾ ਸਕਦਾ ਹੈ। ਪਹਿਲਾ ਉਸ 'ਚ ਹੈ ਪਲੈਨਿੰਗ, ਆਰਗੇਨਾਈਜ਼ਿੰਗ, ਡਾਇਰੈਕਟਿੰਗ, ਮੋਟੀਵੇਟਿੰਗ ਐਂਡ ਕੰਟਰੋਲਿੰਗ। ਇਹ ਇੱਕ ਬਿਜ਼ਨਸ ਆਰਗੇਨਾਈਜੇਸ਼ਨ ਮੈਨੇਜਮੈਂਟ ਦੇ ਫੰਕਸ਼ਨ ਹਨ ਜੋ ਕਿ ਪਲੈਨਿੰਗ ਕਰਦੀ ਹੈ, ਫਿਰ ਆਪਣੀ ਲੇਬਰ ਨੂੰ ਆਰਗੇਨਾਈਜ਼ ਕਰਦੀ ਹੈ, ਅਤੇ ਡਾਇਰੈਕਟਿੰਗ ਦਾ ਕੰਮ ਵੀ ਮੈਨੇਜਮੈਂਟ ਦਾ ਹੁੰਦਾ ਹੈ, ਅਤੇ ਜੇਕਰ ਜ਼ਰੂਰਤ ਹੋਵੇ ਉਹਨਾਂ ਨੂੰ ਮੋਟੀਵੇਟਿੰਗ ਵੀ ਕਰਦੀ ਹੈ ਅਤੇ ਉਹਨਾਂ ਨੂੰ ਕੰਟਰੋਲ ਵੀ ਕਰਦੀ ਹੈ। ਇਹ ਸਾਰੇ ਦਾ ਸਾਰਾ ਕੰਮ ਮੈਨੇਜਮੈਂਟ ਕੀਤਾ ਜਾ ਸਕਦਾ ਹੈ। ਅਤੇ ਇੱਥੇ ਅਕਾਊਂਟਿੰਗ ਦਾ ਮਤਲਬ ਹੈ ਰਿਕਾਰਡਿੰਗ ਆਫ ਬਿਜ਼ਨਸ ਟ੍ਰਾਂਜੈਕਸ਼ਨਸ। ਰਿਕਾਰਡਿੰਗ ਆਫ ਬਿਜ਼ਨਸ ਟ੍ਰਾਂਜੈਕਸ਼ਨਸ ਇਹੋ ਜਿਹੇ ਤਰੀਕੇ ਨਾਲ ਸਾਰੀਆਂ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰਨਾ ਤਾਂ ਜੋ ਉਹਨਾਂ ਦੇ ਫਾਈਨੈਂਸ਼ੀਅਲ ਰਿਜ਼ਲਟਸ ਨੇ ਜੋ ਉਹਨਾਂ ਦੀ ਵਰਤੋਂ ਆਪਾਂ ਮੈਨੇਜਮੈਂਟ ਕਰ ਸਕੇ ਤਾਂ ਜੋ ਬਿਜ਼ਨਸ ਆਰਗੇਨਾਈਜੇਸ਼ਨ ਦੇ ਗੋਲਸ ਅਚੀਵ ਕੀਤੇ ਜਾ ਸਕਣ। ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਮੈਨੇਜਮੈਂਟ ਅਕਾਊਂਟਿੰਗ ਹੈ ਜੋ ਮੈਨੇਜਮੈਂਟ ਫਾਈਨੈਂਸ਼ੀਅਲ ਇਨਫੋਰਮੇਸ਼ਨਸ ਨੂੰ ਯੂਜ਼ ਕਰੇ ਤਾਂ ਜੋ ਬਿਜ਼ਨਸ ਦੇ ਜੋ ਗੋਲਸ ਨੇ, ਕਾਮਨ ਗੋਲਸ ਨੇ, ਉਹਨਾਂ ਨੂੰ ਸਮੇਂ ਸਿਰ ਅਚੀਵ ਕੀਤਾ ਜਾ ਸਕੇ। ਸੋ ਦੋਸਤੋ ਇਹ ਸੀ ਬ੍ਰਾਂਚਿਸ ਆਫ ਅਕਾਊਂਟਿੰਗ। ਸੋ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ? ਸਭ ਆਪਣੇ ਰਾਏ ਕਮੈਂਟ ਸ਼ੇਅਰ ਲਾਈਕ ਕਰਕੇ ਦੇ ਸਕਦੇ ਹਨ, ਅਤੇ ਨਾਲ ਹੀ ਮੇਰੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਨਵੀਂ ਆਉਣ ਵਾਲੀ ਕੋਈ ਵੀ ਅਪਡੇਟਸ ਬਾਰੇ ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਮਿਲ ਸਕੇ। ਧੰਨਵਾਦ।